ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਪਰਮਜੀਤ ਕੌਰ ਸਨੀ ਨਿੱਘਾ ਸਵਾਗਤ ਕਰਦੀ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ। ਆਪਣੇ ਦਰਸ਼ਕਾਂ ਨੂੰ ਯਾਦ ਕਰਵਾ ਦਈਏ ਕਿ ਅਸੀਂ ਰੋਜ਼ਾਨਾ ਤੁਹਾਡੇ ਰੂਬਰੂ ਹੁੰਨੇ ਆ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਦੇ ਜ਼ਰੀਏ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ ਹਾਂ। ਸੀਨੀਅਰ ਪੱਤਰਕਾਰ ਦੇ ਨਾਲ ਉਹਨਾਂ ਖਬਰਾਂ ਦੇ ਬਾਬਤ ਵਿਚਾਰ ਚਰਚਾ ਕਰਦੇ ਹਾਂ, ਆਪਣੇ ਦਰਸ਼ਕਾਂ ਦੀ ਰਾਏ ਕਮੈਂਟ ਬਾਕਸ ਵਿੱਚ ਲੈਂਦੇ ਹਾਂ ਤੇ ਕੁਝ ਚੁਣਿੰਦਾ ਰਾਏ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਕੇ ਉਸ ਤੇ ਵੀ ਵਿਚਾਰ ਚਰਚਾ ਕਰਦੇ ਹਾਂ। ਸੋ ਜੁੜੇ ਰਹੋ ਸਾਡੇ ਨਾਲ ਕਮੈਂਟ ਬਾਕਸ ਦੇ ਰਾਹੀਂ ਤਾਂ ਜੋ ਅਗਲੀ ਕੜੀ ਦੇ ਵਿੱਚ ਅਸੀਂ ਤੁਹਾਡੇ ਵਿਚਾਰ ਤੁਹਾਡੀ ਰਾਏ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਸਕੀਏ। ਸੋ ਤੁਸੀਂ ਵੇਖ ਹੀ ਰਹੇ ਹੋ ਅੱਜ ਮੇਰੇ ਨਾਲ ਆਰ ਪਾਰ ਦੀ ਚਰਚਾ ਦੇ ਲਈ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਵੰਤ ਸਿੰਘ ਟੈਣਾ ਜੀ। ਸਭ ਤੋਂ ਪਹਿਲਾਂ ਟੈਣਾ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਜੀ। ਟੈਣਾ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ। ਸੁਰਖੀਆਂ ਅੱਜ ਵੀ ਉਹੀ ਨੇ, ਕਿਸਾਨ ਸੰਘਰਸ਼ ਖੇਤੀ ਕਾਨੂੰਨਾਂ ਦੇ ਖਿਲਾਫ ਜੋ ਲਗਾਤਾਰ ਜਾਰੀ ਹੈ ਤੇ ਜੋ ਬੀਤੇ ਦਿਨੀ ਜੋ ਕੁਝ ਵੀ ਹੋਇਆ ਸਾਰੇ ਉਸ ਬਾਰੇ ਜਾਣਦੇ ਨੇ ਕਿ ਕੇਂਦਰ ਦੇ ਵੱਲੋਂ ਗੱਲਬਾਤ ਦਾ ਇੱਕ ਵਾਰ ਸੱਦਾ ਆਇਆ ਜਦੋਂ ਕਿਸਾਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ, ਦੂਸਰੀ ਵਾਰ ਸੱਦਾ ਆਇਆ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਗਏ ਕਿਸਾਨ ਆਗੂ, ਪਰ ਉੱਥੇ ਜਿਹੋ ਜਿਹਾ ਵਤੀਰਾ ਹੋਇਆ ਉਸ ਤੋਂ ਬਾਅਦ ਕਹਿੰਦੇ ਨੇ ਕਿ ਇੱਕ ਚਿੰਗਾਰੀ ਦੇਣ ਵਾਲਾ ਕੰਮ ਹੋ ਜਾਂਦਾ ਹੈ ਤੇ ਜੋ ਇਹ ਸੰਘਰਸ਼ ਚੱਲ ਰਿਹਾ ਕਿਸਾਨਾਂ ਦੇ ਵਿੱਚ ਹੁਣ ਰੋਹ ਪੈਦਾ ਹੋਣ ਲੱਗ ਗਿਆ ਤੇ ਅਜਿਹੇ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨੀ ਬੈਠਕ ਵੀ ਕੀਤੀ ਗਈ ਹੈ, ਨਵੇਂ ਫੈਸਲੇ ਨਵੀਂ ਰਣਨੀਤੀ ਉਲੀਕੀ ਗਈ ਹੈ। ਪਰ ਜੇਕਰ ਸਾਰਾ ਕੁਝ ਵੇਖਦੇ ਹੋਏ ਦੂਜੇ ਪਾਸੇ ਵੀ ਦੇਖੀਏ ਤਾਂ ਕੇਂਦਰ ਦੀ ਸਰਕਾਰ ਦਿੱਲੀ ਵਾਲੇ ਕਿਸਾਨਾਂ ਦੇ ਇਸ ਮੁੱਦੇ ਨੂੰ ਲੈ ਕੇ ਗੰਭੀਰ ਨਜ਼ਰ ਕਿਉਂ ਨਹੀਂ ਆ ਰਹੇ? ਪਹਿਲੀ ਗੱਲ ਤਾਂ ਪਰਮ ਜੀ ਇਹ ਹੈ ਕਿ ਜਿਹੜੇ ਵੀ ਕਿਸਾਨ ਇਸ ਵਕਤ ਲਗਾਤਾਰ ਪਟੜੀਆਂ ਦੇ ਉੱਤੇ ਬੈਠੇ ਆ, ਜਿਹੜੇ ਸੜਕਾਂ ਦੇ ਉੱਤੇ ਬੈਠੇ ਆ, ਜਿਹੜੇ ਬੀਜੇਪੀ ਦੇ ਨੇਤਾਵਾਂ ਦੇ ਘਰਾਂ ਦੇ ਮੂਹਰੇ ਬੈਠੇ ਆ, ਜਿਹੜੇ ਇਸ ਵਕਤ ਵੱਖ-ਵੱਖ ਥਾਵਾਂ ਦੇ ਉੱਤੇ ਮੋਰਚੇ ਲਾਈ ਬੈਠੇ ਆ ਪਿਛਲੇ ਕਈ ਹਫ਼ਤਿਆਂ ਤੋਂ, ਉਹਨਾਂ ਸਾਰਿਆਂ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਆ। ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਲੱਗਦਾ ਸੀਗਾ ਕੁਝ ਦਿਨ ਪਹਿਲਾਂ ਤੱਕ ਵੀ ਕਿਸਾਨ ਸੰਘਰਸ਼ ਆ ਜਿਹੜਾ ਇਹ ਟੁੱਟ ਜਾਣਾ, ਇਹ ਖਿੰਡ ਜਾਣਾ, ਪਰ ਜਦੋਂ ਦਿੱਲੀ ਵਾਲਿਆਂ ਨੇ ਬਰੰਗ ਭੇਜ ਦਿੱਤੇ ਆ ਸਾਡੇ ਕਿਸਾਨ ਤੇ ਉਸ ਤੋਂ ਬਾਅਦ ਇਹ ਇੱਕ ਵਾਰ ਫਿਰ ਜੋਸ਼ ਦੇ ਵਿੱਚ ਆਏ ਆ ਤੇ ਮੈਂ ਚਾਹੁੰਦਾ ਕਿ ਇਹ ਜੋਸ਼ ਬਰਕਰਾਰ ਰਵੇ ਕਿਉਂਕਿ ਲੋੜ ਇਸ ਵਕਤ ਆਪਣਾ ਜਲਵਾ ਪੇਸ਼ ਕਰਨ ਦੀ ਹੈ ਕਿ ਅਸੀਂ ਉਹ ਨਹੀਂ ਵੀ ਜਿਹੜੇ ਇੱਥੇ ਚਾਹ ਦੇ ਨਾਲ ਬਿਸਕੁਟ ਖਾਦੇ ਤੇ ਤੁਹਾਡੇ ਏਸੀ ਦੀ ਹਵਾ ਫੱਕ ਕੇ ਤੇ ਅਸੀਂ ਵਾਪਸ ਆ ਗਏ ਆ। ਅਸਲ ਦੇ ਵਿੱਚ ਉਹਨਾਂ ਨੂੰ ਦੱਸਣ ਦੀ ਲੋੜ ਆ ਕਿ ਇਹ ਸਾਰਾ ਕੁਝ ਅਸੀਂ ਕਿਤੇ ਵੀ ਕਰ ਸਕਦੇ ਆ ਪਰ ਸਾਡੇ ਮਸਲਿਆਂ ਦਾ ਹੱਲ ਬਹੁਤ ਜ਼ਰੂਰੀ ਆ। ਜਦੋਂ ਹੁਣ ਕਿਸਾਨਾਂ ਨੂੰ ਤੁਸੀਂ ਪਹਿਲੀ ਚਿੱਠੀ ਪਾਈ ਉਦੋਂ ਕਿਸਾਨ ਨਹੀਂ ਗਏ, ਜਦੋਂ ਦੂਜੀ ਚਿੱਠੀ ਪਾਈ ਉਹ ਸੀ ਸੈਕਟਰੀਏਟ ਦੇ ਦਸਤਖਤਾਂ ਦੇ ਹੇਠ। ਇਉਂ ਲੱਗਦਾ ਸੀ ਕਿਸਾਨ ਭਾਈਚਾਰੇ ਨੂੰ, ਮੈਂ ਕੱਲ ਇੱਕ ਕਿਸਾਨ ਆਗੂ ਦੇ ਨਾਲ ਗੱਲ ਕੀਤੀ ਆ, ਮੈਂ ਕਿਹਾ ਵੀ ਜੇਕਰ ਉਹਨਾਂ ਨੇ ਸੈਕਟਰੀਏਟ ਦੇ ਦਸਤਖਤਾਂ ਦੇ ਹੇਠ ਇਹ ਭੇਜੀ ਚਿੱਠੀ ਤਾਂ ਫਿਰ ਤੁਸੀਂ ਸੈਕਟਰੀ ਵਾਲੀ ਚਿੱਠੀ ਨੂੰ ਮਨਜ਼ੂਰ ਕਿਉਂ ਕੀਤਾ? ਉਹ ਕਹਿੰਦੇ ਵੀ ਸਾਨੂੰ ਇਸ ਗੱਲ ਦੀ ਆਸ ਸੀ ਵੀ ਭਾਵੇਂ ਸੈਕਟਰੀ ਨੇ ਚਿੱਠੀ ਭੇਜੀ ਆ ਪਰ ਉੱਥੇ ਖੇਤੀਬਾੜੀ ਮੰਤਰੀ ਵੀ ਹੋਊ, ਉੱਥੇ ਬਾਕੀ ਮੰਤਰੀ ਵੀ ਹੋਣਗੇ, ਪਰ ਜਦੋਂ ਅਸੀਂ ਉੱਥੇ ਗਏ ਆ ਗੱਲਾਂ ਹੋਰ ਹੀ ਉਰਲੀਆਂ ਪਰਲੀਆਂ ਸ਼ੁਰੂ ਕਰਤੀਆਂ। ਔਰ ਬਤਾਏਂ ਕੈਸੇ ਹੈ, ਐਸੇ ਹੈ, ਵੈਸੇ ਹੈ, ਫਿਰ ਕਹਿੰਦੇ ਵੀ ਚਾਹ ਪੀਓ, ਬਿਸਕੁਟ ਖਾਓ, ਖਾਣਾ ਤਾਂ ਨਹੀਂ ਖਾਣਾ। ਅਸੀਂ ਆਖਿਆ ਵੀ ਮੰਤਰੀ ਸਾਹਿਬ ਕਦੋਂ ਮਿਲਣਗੇ? ਕਹਿੰਦੇ ਮੰਤਰੀ ਸਾਹਿਬ ਤਾਂ ਇੱਥੇ ਹੈ ਨਹੀਂ, ਉਹ ਤਾਂ ਗਏ ਹੋਏ ਬਿਹਾਰ ਚੋਣ ਪ੍ਰਚਾਰ ਦੇ ਲਈ। ਤੇ ਕਹਿੰਦੇ ਵੀ ਸਾਨੂੰ ਕਿਹੜੀ ਗੱਲੋਂ ਬੁਲਾਇਆ ਇੱਥੇ ਚੁਟਕਲੇ ਸੁਣਾਉਣ ਦੇ ਲਈ? ਅਸੀਂ ਕਿਹੜੀ ਗੱਲੋਂ ਇੱਥੇ ਆਏ ਆ? ਉਹਨਾਂ ਨੇ ਉਸ ਤੋਂ ਬਾਅਦ ਜਦੋਂ ਕਮਰੇ ਦੇ ਵਿੱਚੋਂ ਨਿਕਲੇ ਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਵੀ ਪਾੜੀਆਂ ਤੇ ਮੁਰਦਾਬਾਦ ਵੀ ਕੀਤੀ ਹੈ ਤੇ ਉਹ ਵਿਕੇ ਨਹੀਂ, ਉਹ ਝੁਕੇ ਨਹੀਂ, ਉਹ ਰੁਕੇ ਨਹੀਂ, ਉਹ ਡਰੇ ਨਹੀਂ। ਮੈਨੂੰ ਇਸ ਗੱਲ ਦੀ ਬਹੁਤ ਤਸੱਲੀ ਹੋਈ ਹੈ। ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ ਉਹ ਦੋਸ਼ ਲੱਗਦਾ ਕਿ ਰਾਜਨੀਤਿਕ ਲੋਕਾਂ ਦੀ ਗੋਦੀ ਦੇ ਵਿੱਚ ਬੈਠ ਕੇ ਕਿਸਾਨਾਂ ਨੂੰ ਵੇਚ ਦਿੰਦੇ ਆ, ਪਰ ਜਿਹੜੇ ਦਿੱਲੀ ਦੇ ਵਿੱਚ ਗਏ ਸੀ ਉਹ ਵਿਕੇ ਨਹੀਂ। ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ, ਤਸੱਲੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਕੱਲ ਕਿਸਾਨ ਜਥੇਬੰਦੀਆਂ ਨੇ ਇੱਕ ਮਹੱਤਵਪੂਰਨ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਆ। ਇੱਕ ਤਾਂ ਇਹ ਗੱਲ ਕਹੀ ਆ ਵੀ ਭਾਵੇਂ ਉਧਰੋਂ ਦਿੱਲੀੋਂ ਹੁਣ 10 ਚਿੱਠੀਆਂ ਆਉਣ ਤੇ ਭਾਵੇਂ ਆਉਣ 50 ਤੇ ਭਾਵੇਂ ਆਵੇ 500, ਅਸੀਂ ਹੁਣ ਦਿੱਲੀ ਦੇ ਵਿੱਚ ਨਹੀਂ ਜਾਣਾਗਾ। ਜੇਕਰ ਦਿੱਲੀ ਵਾਲਿਆਂ ਨੂੰ ਲੋੜ ਆ ਤਾਂ ਪੰਜਾਬ ਦੇ ਵਿੱਚ ਆ ਕੇ ਗੱਲ ਕਰ ਲੈਣ, ਪਰ ਅਸੀਂ ਹੁਣ ਦਿੱਲੀ ਦੇ ਵੱਲ ਮੂੰਹ ਨਹੀਂ ਕਰਨਾ। ਜੇਕਰ ਅਸੀਂ ਦਿੱਲੀ ਜਾਵਾਂਗੇ ਤਾਂ ਪ੍ਰਦਰਸ਼ਨ ਕਰਨੇ ਜਾ ਸਕਦੇ ਆ, ਇਹਨਾਂ ਦੇ ਨਾਲ ਗੱਲਬਾਤ ਕਰਨ ਲਈ ਨਹੀਂ ਜਾਣਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਆਵੇ, ਭਾਵੇਂ ਸੂਬਿਆਂ ਦੇ ਰਾਜਪਾਲ ਆਉਣ, ਪੰਜਾਬ ਦੇ ਵਿੱਚ ਅਸੀਂ ਡਟ ਕੇ ਵਿਰੋਧ ਕਰਾਂਗੇ। ਇਹ ਵੀ ਗੱਲ ਕਹੀ ਗਈ ਹੈ ਕਿ ਬੀਜੇਪੀ ਦਾ ਕੋਈ ਨੇਤਾ ਨਹੀਂ ਛੱਡਣਾ ਜਿਹਨਾਂ ਦੇ ਘਰ ਦੇ ਮੂਹਰੇ ਧਰਨਾ ਨਹੀਂ ਲਾਉਣਾ। ਇਹ ਵੀ ਗੱਲ ਕਹੀ ਹੈ ਕਿ 19 ਤਰੀਕ ਨੂੰ ਅਸੀਂ ਪੁਤਲੇ ਫੂਕਣੇ ਪ੍ਰਧਾਨ ਮੰਤਰੀ ਦੇ। ਇਹ ਵੀ ਗੱਲ ਕਹੀ ਹੈ ਜੀ ਕਿ 20 ਤਰੀਕ ਨੂੰ ਅਸੀਂ ਦੁਬਾਰਾ ਮੀਟਿੰਗ ਕਰਾਂਗੇ ਤੇ ਇਹ ਵੀ ਗੱਲ ਕਹੀ ਹੈ ਜੀ ਕਿ 20 ਤਰੀਕ ਤੱਕ ਦੇ ਲਈ ਜਿਹੜਾ ਰੇਲ ਰੋਕੋ ਅੰਦੋਲਨ ਆ ਉਹਨੂੰ ਅੱਗੇ ਵਧਾ ਦਿੱਤਾ ਗਿਆ। ਸੋ ਇਸ ਵਕਤ ਕੇਂਦਰ ਦੀ ਸਰਕਾਰ ਕਸੂਤੀ ਤਾਂ ਫਸੀ ਹੋਊਗੀ ਸ਼ਾਇਦ, ਪਰ ਉਹਨਾਂ ਦੀ ਚਬੜੀ ਇਹੋ ਜਿਹੀ ਹੈ ਗੈਂਡੇ ਵਾਲੀ ਜਿਹਦੇ ਉੱਤੇ ਉਹਨਾਂ ਨੂੰ ਅਸਰ ਨਹੀਂ ਮਹਿਸੂਸ ਹੁੰਦਾ। ਉਹ ਇਹੋ ਜਿਹੇ ਕੁੰਭਕਰਨੀ ਨੀਂਦ ਸੁੱਤੇ ਪਏ ਆ ਵੀ ਉਹਨਾਂ ਨੂੰ ਪੰਜਾਬ ਦਾ ਮਸਲਾ ਹੀ ਨਹੀਂ ਜਾਪਦਾ। ਉਸ ਤੋਂ ਅਗਲੀ ਗੱਲ ਇਹ ਹੈ ਜਿਹੜੀ ਨਾਲ ਮੈਂ ਬਿਲਕੁਲ ਸਹਿਮਤ ਹਾਂ, ਕਿਸਾਨਾਂ ਨੇ ਆਖਿਆ ਵੀ ਸਾਡੇ ਇਸ ਅੰਦੋਲਨ ਦੇ ਕਰਕੇ ਹੁਣ ਤੱਕ 3 ਨਤੀਜੇ ਆ ਵੀ ਚੁੱਕੇ ਆ। ਜੇ ਅਸੀਂ ਅੰਦੋਲਨ ਨਾ ਕਰਦੇ ਤਾਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਨਹੀਂ ਸੀ ਦੇਣਾ। ਜੇ ਅੰਦੋਲਨ ਨਾ ਕੀਤਾ ਹੁੰਦਾ
ਬੀਜੇਪੀ ਦੇ ਨਾਲੋਂ ਅਕਾਲੀ ਦਲ ਦਾ ਰਿਸ਼ਤਾ ਨਹੀਂ ਸੀ ਟੁੱਟਣਾ। ਬਿਲਕੁਲ। ਜੇ ਅਸੀਂ ਅੰਦੋਲਨ ਨਾ ਕੀਤਾ ਹੁੰਦਾ ਤਾਂ 19 ਤਰੀਕ ਨੂੰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦ ਰਹੇ ਆ, ਇਹ ਨਹੀਂ ਸੀ ਸੱਦਿਆ ਜਾਣਾ। ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਆ ਵੀ ਤੁਸੀਂ ਜਿਹੜੇ ਦਿੱਲੀ ਦੀ ਸਰਕਾਰ ਆ ਉਹ ਵੀ ਹੁਣ ਵਿਸ਼ੇਸ਼ ਅਜਲਾਸ ਸੱਦ ਕੇ ਤੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਆ ਜਿਹੜਾ ਉਹ ਮਤਾ ਪਾਸ ਕਰੇ। ਕਰਨਾ ਵੀ ਚਾਹੀਦਾ, ਕਿਉਂਕਿ ਜੇ ਕੇਜਰੀਵਾਲ ਹੋਰੀ ਕਿਸਾਨ ਪੱਖੀ ਆ ਫਿਰ ਉਹਨਾਂ ਨੂੰ ਵੀ ਮਤਾ ਪਾਸ ਕਰਨਾ ਚਾਹੀਦਾ। ਸੋ ਕਿਸਾਨ ਇਸ ਵਕਤ ਪੂਰੇ ਜੋਸ਼ ਦੇ ਵਿੱਚ ਆ, ਕਿਸਾਨ ਪੂਰੇ ਲਗਾਤਾਰ ਇਸ ਵਕਤ ਦ੍ਰਿੜ ਇਰਾਦੇ ਦੇ ਨਾਲ ਅੱਗੇ ਤੋਂ ਅੱਗੇ ਵਧ ਰਹੇ ਆ। ਤੇ ਕਿਸਾਨਾਂ ਨੇ ਇਹ ਵੀ ਗੱਲ ਕਹੀ ਆ ਵੀ ਸਾਨੂੰ ਇਲਮ ਹੈ ਇਸ ਗੱਲ ਦਾ ਵੀ ਕਿਹੜੇ ਰਾਜਨੀਤਿਕ ਲੋਕ ਆ ਜਿਹੜੇ ਉਹ ਸਾਡੇ ਸੰਘਰਸ਼ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਅਸੀਂ ਉਹਨਾਂ ਦੇ ਪੁਚਲਾਵਿਆਂ ਦੇ ਵਿੱਚ ਆਉਣ ਵਾਲੇ ਨਹੀਂ ਆ। ਉਹਨਾਂ ਨੇ ਕਿਹਾ ਜੀ ਭਾਵੇਂ ਅਸੀਂ ਮਰ ਜਗੇ ਭਾਵੇਂ ਮੁੱਕ ਜਗੇ ਪਰ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਤੇ ਇੱਕ ਗੱਲ ਹੋਰ ਆ ਵੀ ਹੁਣ ਤੱਕ 3 ਕਿਸਾਨਾਂ ਦੀ ਮੌਤ ਇਹਨਾਂ ਧਰਨਿਆਂ ਦੇ ਵਿੱਚ ਹੋ ਚੁੱਕੀ ਹੈ। ਕੱਲ ਸੰਗਰੂਰ ਦੀਆਂ ਰੇਲਵੇ ਪਟੜੀਆਂ ਦੇ ਉੱਤੇ ਇੱਕ ਕਿਸਾਨ ਦੀ ਮੌਤ ਹੋਈ ਆ, ਬਜ਼ੁਰਗ ਕਿਸਾਨ ਦੀ ਮੌਤ ਹੋਈ ਆ। ਤੇ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਵੀ ਅਸਲ ਦੇ ਵਿੱਚ ਤਾਂ ਇਹਨਾਂ ਲੋਕਾਂ ਦੀ ਕੁਰਬਾਨੀ ਆ, ਜਿਹੜੇ ਲੋਕ ਬਜ਼ੁਰਗ ਵੀ ਆ, ਜਿਹੜੇ ਦਵਾਈ ਬੂਟੀ ਦੇ ਨਾਲ ਚੱਲਦੇ ਆ, ਜਿਹੜੇ ਲੋਕਾਂ ਨੂੰ ਇਸ ਵਕਤ ਪਤਾ ਵੀ ਸਾਡੀ ਦਵਾਈ ਵੀ ਹੈ ਨਹੀਂ ਪਰ ਉਹ ਫੇਰ ਵੀ ਆਪਣੇ ਖੇਤਾਂ ਨੂੰ ਬਚਾਉਣ ਦੇ ਲਈ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਪਟੜੀਆਂ ਤੇ ਬੈਠੇ ਆ। ਇਹਨਾਂ ਨੂੰ ਮੰਨੋ ਵੀ ਕੁਰਬਾਨੀਆਂ ਇਹ ਦਿੰਦੇ ਆ। ਪੰਜਾਬ ਦੇ ਵਿੱਚ ਕੋਈ ਨਾ ਕੋਈ ਧਿਰਜੀ ਉੱਠ ਕੇ ਕਹਿੰਦੇ ਨਹੀਂ ਹੁੰਦੀ ਕੁਰਬਾਨੀ ਅਸੀਂ ਹਰ ਕੋਈ ਦੇਣ ਨੂੰ ਤਿਆਰ ਹਾਂ। ਇਹ ਕੁਰਬਾਨੀ ਨਹੀਂ ਹੁੰਦੀ ਜਿਹੜੀ ਏਸੀ ਕਮਰੇ 'ਚ ਬਹਿ ਕੇ ਦਿੱਤੀ ਜਾਵੇ, ਕੁਰਬਾਨੀ ਇਹਨੂੰ ਕਹਿੰਦੇ ਆ। ਤੇ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਆ ਵੀ ਅਸੀਂ ਸਰਕਾਰ ਦੇ ਉੱਤੇ ਦਬਾਅ ਬਣਾਵਾਂਗੇ ਵੀ ਜਿਹੜੇ ਇਹਨਾਂ ਧਰਨਿਆਂ ਦੇ ਵਿੱਚ ਸ਼ਹੀਦ ਹੋਏ ਕਿਸਾਨ ਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਈਆ ਦਿੱਤਾ ਜਾਵੇ, ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਇੱਕ ਜੀ ਨੂੰ ਨੌਕਰੀ ਮਿਲੇ ਤੇ ਇਹਨਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ। ਜੀ ਬਿਲਕੁਲ ਟੈਣਾ ਸਾਹਿਬ। ਸੋ ਜੋ ਹਾਲਾਤ ਨੇ ਉਹ ਵੇਖਣ ਨੂੰ ਆਇਆ ਕਿ ਪੰਜਾਬ ਦੇ ਵਿੱਚ ਹੁਣ ਬੀਜੇਪੀ ਨੂੰ ਲੈ ਕੇ ਕਾਫੀ ਰੋਸ਼ ਹੈ। ਬੀਜੇਪੀ ਨੇਤਾਵਾਂ ਨੂੰ ਜੋ ਕਿਤੇ ਨਾ ਕਿਤੇ ਗੁੱਸੇ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ। ਜੋ ਮੀਟਿੰਗ ਬੇਰੰਗ, ਜਿਵੇਂ ਕਿ ਤੁਸੀਂ ਦੱਸਿਆ ਕਿ ਕੇਂਦਰ ਦੇ ਵੱਲੋਂ ਮੀਟਿੰਗ ਬੁਲਾਈ ਗਈ ਸੀ, ਉੱਥੋਂ ਬੇਰੰਗ ਕਿਸਾਨ ਆਗੂ ਜਦੋਂ ਆਏ ਨੇ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਬੀਜੇਪੀ ਨੇਤਾਵਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ। ਉਹਨਾਂ ਦੇ ਘਰਾਂ ਦੇ ਬੈਠ ਕੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਬੀਜੇਪੀ ਨੇਤਾਵਾਂ ਦਾ ਘਰੋਂ ਬਾਹਰ ਨਿਕਲਣਾ ਦੁੱਬਰ ਹੁੰਦਾ ਜਾ ਰਿਹਾ ਹੈ। ਕੀ ਲੱਗਦਾ ਹੈ ਕਿ ਮੋਦੀ ਸਾਹਿਬ ਨੂੰ ਇਸ ਨਾਲ ਫਰਕ ਪਏਗਾ? ਦੇਖੋ ਹਾਲੇ ਤੱਕ ਤਾਂ ਪਿਆ ਨਹੀਂ। ਮੈਂ ਜਿਵੇਂ ਮੁੱਢ ਦੇ ਵਿੱਚ ਗੱਲ ਕਹੀ ਆ ਵੀ ਦਿੱਲੀ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਨੇ ਪੰਜਾਬ ਦੇ ਨਾਲ ਕਦੇ ਆਪਣਾ ਪਿਆਰ ਦਿਖਾਇਆ ਹੀ ਨਹੀਂ। ਤੁਸੀਂ ਖਬਰਾਂ ਦੇਖੋ, ਨੈਸ਼ਨਲ ਟੀਵੀ ਚੈਨਲ ਦੇਖੋ, ਉਹ ਕਹਿਣਗੇ ਗੁਜਰਾਤ ਮੇਂ ਐਸੇ ਹੋ ਗਿਆ, ਰਾਜਸਥਾਨ ਮੇਂ ਐਸੇ ਹੋ ਗਿਆ। ਉਹ ਕਹਿਣਗੇ ਜੀ ਕਿ ਜੋ ਕੁਝ ਇਸ ਵਕਤ ਚੱਲ ਰਿਹਾ ਨਾ ਮਹਾਰਾਸ਼ਟਰ ਦੇ ਵਿੱਚ ਉਹਦੇ ਵਿੱਚ ਆਹ ਗੱਲ ਹੋ ਰਹੀ ਆ, ਯੂਪੀ ਮੇਂ ਐਸੇ ਹੋ ਗਿਆ, ਮੱਧ ਪ੍ਰਦੇਸ਼ ਮੇਂ ਐਸੇ ਹੋ ਗਿਆ। ਬਿਮਾਰੀ ਤਾਂ ਪੰਜਾਬ ਵੇਲੇ ਪੈਂਦੀ ਆ, ਪੰਜਾਬ ਦਾ ਜ਼ਿਕਰ ਹੀ ਨਹੀਂ ਹੁੰਦਾ। ਕਦੇ 100 ਖਬਰ ਦੇ ਪਿੱਛੇ ਇੱਕ ਅੱਧੀ ਪੰਜਾਬ ਦੀ ਖਬਰ ਸਾਹਮਣੇ ਆ ਜੇ ਤਾਂ ਅਸੀਂ ਵੱਡੀ ਗੱਲ ਮੰਨਦੇ ਆ, ਨਹੀਂ ਪੰਜਾਬ ਤਾਂ ਉਹਨਾਂ ਦੀ ਸੋਚ ਦੇ ਨਕਸ਼ੇ ਦੇ ਉੱਤੇ ਹੀ ਹੈ ਨਹੀਂਗਾ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਜੇਕਰ ਅਸੀਂ ਪਿਛਲੇ 6.5 ਸਾਲ ਦੇ ਵੱਲ ਝਾਤ ਮਾਰ ਗਏ ਤਾਂ ਪੰਜਾਬ ਦਾ ਕਿਹੜਾ ਮਸਲਾ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤਾ ਮੋਦੀ ਸਰਕਾਰ ਨੇ? ਇੱਥੇ ਜ਼ੁਬਾਨ ਦੇ ਮਾਮਲੇ ਦੇ ਉੱਤੇ, ਬੋਲੀ ਦੇ ਮਾਮਲੇ ਦੇ ਉੱਤੇ ਸੱਟ ਮਾਰਨ ਦੀ ਕੋਸ਼ਿਸ਼ ਆ। ਇੱਥੇ ਘੱਟ ਗਿਣਤੀਆਂ ਨੂੰ ਨੁਕਰੇ ਲਾ ਕੇ ਰੱਖਿਆ। ਸਿੱਖ ਭਾਈਚਾਰੇ ਦੇ ਪ੍ਰਤੀ ਉਹਨਾਂ ਦੀਆਂ ਨੀਤੀਆਂ ਕਿਹੋ ਜਿਹੀਆਂ, ਕਿਸਾਨਾਂ ਦੇ ਪ੍ਰਤੀ ਉਹਨਾਂ ਦੀਆਂ ਨੀਤੀਆਂ ਕਿਹੋ ਜਿਹੀਆਂ। ਉਹਨਾਂ ਨੂੰ ਪੰਜਾਬ ਦਾ ਮਸਲਾ ਕਦੇ ਮਸਲਾ ਹੀ ਨਹੀਂ ਜਾਪਿਆ। ਉਹਨਾਂ ਨੂੰ ਮਸਲਾ ਲੱਗਦਾ ਯੂਪੀ ਦਾ, ਉਹਨਾਂ ਨੂੰ ਮਸਲਾ ਲੱਗਦਾ ਰਾਮ ਰਾਜ ਦਾ, ਵੀ ਉੱਥੇ ਜੋ ਮਰਜ਼ੀ ਹੋਈ ਜਾਵੇ ਪਰ ਫਿਰ ਵੀ ਰਾਮ ਰਾਜ ਆ। ਪੰਜਾਬ ਭਾਵੇਂ ਬਲੀ ਜਾਵੇ, ਇੱਥੇ ਭਾਂਬੜ ਬਲੀ ਜਾਣ, ਕਹਿਣਗੇ ਕੋਈ ਬਾਲੀ ਵੱਡੀ ਗੱਲ ਨਹੀਂ, ਸਾਨੂੰ ਦਿਸਦਾ ਹੀ ਨਹੀਂ, ਅਸੀਂ ਤਾਂ ਹੋਰ ਸੂਬੇ ਦੇ ਵਿੱਚ ਬਿਜ਼ੀ ਆ। ਇੱਕ ਮੈਂ ਵਿੱਚ ਇਹਦੇ ਨੁਕਤੇ ਵਾਲੀ ਗੱਲ ਹੋਰ ਦੱਸਣੀ ਚਾਹੁੰਦਾ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਗਏ, ਇਹ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਤੇ ਮੈਂ ਚਾਹੁੰਦਾ ਵੀ ਸਾਂਝੀ ਵੀ ਕੀਤੀ ਜਾਵੇ ਦਰਸ਼ਕਾਂ ਵੱਲੋਂ। ਉਹ ਇਹ ਆ ਵੀ ਇਹਨਾਂ ਨੇ ਕਿਹਾ ਜੀ ਕਿ ਖੁੱਲੀ ਮੰਡੀ ਬਣਾਤੀ, ਅਸੀਂ ਮੰਡੀ ਖੁੱਲੀ ਹੋਊਗੀ, ਭਾਵੇਂ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਗੁੜਗਾਉਂ ਦੇ ਵੱਲ ਜਾਵੇ, ਭਾਵੇਂ ਪੰਜਾਬ ਦਾ ਕਿਸਾਨ ਕਲਕੱਤੇ ਵੱਲ ਜਾ ਕੇ ਆਪਦੀ ਫਸਲ ਵੇਚੇ। ਰਾਜਸਥਾਨ ਦੇ ਵਿੱਚ ਹੁੰਦੀ ਆ ਅਫੀਮ ਦੀ ਖੇਤੀ, ਇਹਦਾ ਮਤਲਬ ਇਹ ਆ ਵੀ ਜਿਹੜੀ ਉੱਥੇ ਖੇਤੀ ਹੁੰਦੀ ਆ ਉਹ ਵੀ ਤਾਂ ਖੁੱਲੀ ਮੰਡੀ ਵਾਲੀ ਆ। ਉਹ ਭਾਵੇਂ ਫੀਮ ਲੈ ਕੇ ਬਾਅਦ ਦੇ ਵਿੱਚ ਪੰਜਾਬ ਆਉਣ ਤੇ ਭਾਵੇਂ ਉਹ ਕਲਕੱਤੇ ਜਾਣ। ਫਿਰ ਇਹਦਾ ਮਤਲਬ ਇਹ ਆ ਕਿਸਾਨਾਂ ਨੂੰ ਇਹ ਵੀ ਨੁਕਤਾ ਚੁੱਕਣਾ ਚਾਹੀਦਾ ਵੀ ਜੇਕਰ ਖੁੱਲੀ ਮੰਡੀ ਆ, ਤੁਸੀਂ ਕਹਿੰਦੇ ਕਣਕ ਕਿਤੇ ਲਿਜਾ ਕੇ ਵੇਚੋ, ਤੁਸੀਂ ਨਰਮਾ ਕਿਤੇ ਲਿਜਾ ਕੇ ਵੇਚੋ, ਤੁਸੀਂ ਝੋਨਾ ਕਿਤੇ ਲਿਜਾ ਕੇ ਵੇਚੋ, ਇਹ ਕਾਨੂੰਨੀ ਤੌਰ ਦੇ ਉੱਤੇ ਖੇਤੀ ਕਰਦੇ ਆ। ਰਾਜਸਥਾਨ 'ਚ ਗੈਰ ਕਾਨੂੰਨੀ ਤਾਂ ਨਹੀਂ, ਸਰਕਾਰ ਦੇ ਵੱਲੋਂ ਦਿੱਤੇ ਗਏ ਆਗਿਆ ਵਾਲੇ ਖੇਤਰ ਦੇ ਵਿੱਚ ਉਹ ਕਰਦੇ ਖੇਤੀ। ਫਿਰ ਉਹਨਾਂ ਨੂੰ ਵੀ ਆਗਿਆ ਹੋਣੀ ਚਾਹੀਦੀ ਵੀ ਖੁੱਲੀ ਮੰਡੀ ਦੇ ਵਿੱਚ ਜਿੱਥੇ ਮਰਜ਼ੀ ਲਿਜਾ ਕੇ ਕੁਝ ਵੀ ਵੇਚੋ। ਇਸ ਨੁਕਤੇ ਦੇ ਉੱਤੇ ਸਰਕਾਰ ਘਿਰੂਗੀ, ਇਸ ਨੁਕਤੇ ਦੇ ਉੱਤੇ ਬੀਜੇਪੀ ਦੇ ਨੇਤਾ ਉੱਤਰ ਨਹੀਂ ਦੇ ਸਕਣਗੇ। ਇੱਥੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਇਹ ਸਵਾਲ ਕਰਨਾ ਚਾਹੀਦਾ ਬੀਜੇਪੀ ਨੂੰ ਵੀ ਹੁਣ ਦੱਸੋ, ਉਧਰੋਂ ਫਿਰ ਇੱਧਰ ਆ ਜਾਊਗੀ ਭੁੱਕੀ
ਇਧਰ ਪੋਸਟ ਆਇਆ ਕਰੂਗਾ, ਇਹਨਾਂ ਨੇ ਕਹਿਣਾ ਨਹੀਂ, ਤੇ ਇਹਨਾਂ ਨੂੰ ਕਹਿਣ ਫਿਰ ਉੱਥੇ ਕਿਉਂ ਆ? ਜੇ ਤੁਸੀਂ ਖੁੱਲੀ ਮੰਡੀ ਦੀ ਗੱਲ ਕਰਦੇ ਤਾਂ ਖੁੱਲੀ ਮੰਡੀ ਦੇ ਵਿੱਚ ਤਾਂ ਸਭ ਕੁਝ ਬਰਾਬਰ ਆ, ਫਿਰ ਤੁਸੀਂ ਇਸ ਪਾਸੇ ਆਓ, ਫਿਰ ਇਹ ਨਿਰ ਉੱਤਰ ਹੋਣਗੇ, ਫਿਰ ਇਹ ਮੂਰੇ ਭੱਜਣਗੇ। ਉਸ ਤੋਂ ਅਗਲੀ ਗੱਲ ਇੱਕ ਹੋਰ ਮੈਂ ਦੱਸਣੀ ਚਾਹੁੰਦਾ ਵੀ ਇਸ ਵਕਤ ਬੀਜੇਪੀ ਦੇ ਨੇਤਾ ਨਾ ਜਿਹੜੇ ਇੱਕ ਦੋ ਕੱਲ ਤਰਨ ਚੁੱਗ ਹੋਰੀ ਵੀ ਕਹਿੰਦੇ ਸੀ 117 ਦੀਆਂ 117 ਸੀਟਾਂ ਤੇ ਚੋਣ ਲੜਾਂਗੇ, ਜਿੱਤ ਕੇ ਵਿਖਾਵਾਂਗੇ, ਬਹੁਮਤ ਹਾਸਲ ਕਰਾਂਗੇ। ਪਹਿਲਾਂ ਆਪਾਂ ਨੂੰ ਅੱਜ ਵਾਲਾ ਮਸਲਾ ਤਾਂ ਹੱਲ ਕਰ ਲੈਣਾ ਚਾਹੀਦਾ, ਸਵਾ ਸਾਲ ਬਾਅਦ ਵਾਲੀ ਤਾਂ ਗੱਲ ਸਾਨੂੰ ਅੱਜ ਚੇਤੇ ਹੈਗੀ ਆ, ਪਰ ਅੱਜ ਜਿਹੜੀ ਚੁਣੌਤੀ ਆ ਉਹ ਨਹੀਂ ਚੇਤੇ। ਪਹਿਲਾਂ ਆਪਾਂ ਘਰਾਂ ਦੇ ਵਿੱਚੋਂ ਨਿਕਲਣਾ ਸ਼ੁਰੂ ਕਰੀਏ। ਲੋਕ ਤਾਂ ਝੱਗਾ ਪਾੜਨ ਨੂੰ ਫਿਰਦੇ ਆ। ਕੱਲ ਵੀ ਇੱਕ ਆਪਾਂ ਜਾਣਦੇ ਆ ਕਿ ਵਿਜੇ ਸਾਂਪਲਾ ਹੋਰੀ ਜਾ ਰਹੇ ਸੀਗੇ, ਉਹਨਾਂ ਦਾ ਵੀ ਕਿਸਾਨਾਂ ਨੇ ਘਿਰਾਓ ਕੀਤਾ। ਅਸ਼ਵਨੀ ਸ਼ਰਮਾ ਦੀ ਗੱਡੀ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਉੱਤੇ ਵਿਵਾਦ ਪੈਦਾ ਹੋਇਆ। ਸੋ ਬੀਜੇਪੀ ਦੇ ਨੇਤਾਵਾਂ ਦੇ ਘਰਾਂ ਦੇ ਮੂਹਰੇ ਨਿੱਠ ਕੇ ਬੈਠੇ ਹੋਏ ਕਿਸਾਨ। ਪਹਿਲਾਂ ਮਸਲੇ ਨੂੰ ਹੱਲ ਕਰ ਲਿਓ, ਸਵਾ ਸਾਲ ਵਾਲਾ ਜਿਹੜਾ ਮਸਲਾ ਉਹ ਬਾਅਦ ਦੇ ਵਿੱਚ ਗੱਲ ਕਰਿਓ। ਜੀ ਬਿਲਕੁਲ ਟਾਣਾ ਸਾਹਿਬ, ਕਿਉਂਕਿ ਸਾਨੂੰ ਪਤਾ ਹੈ ਕਿ ਇੱਕ ਪਾਸੇ ਕਿਸਾਨ ਸੰਘਰਸ਼ ਦੇ ਰਾਹ ਤੇ ਹੈ ਤੇ ਜੋ ਨਮਕ ਛਿੜਕਣ ਵਾਲਾ ਜ਼ਖਮਾਂ ਤੇ ਕੰਮ ਕਰ ਰਹੀ ਹੈ ਕੇਂਦਰ ਸਰਕਾਰ, ਕਿ ਉਹਨਾਂ ਦੇ ਵੱਲੋਂ ਉਹਨਾਂ ਦੀ ਗੱਲਬਾਤ ਤਾਂ ਸੁਣੀ ਨਹੀਂ ਜਾ ਰਹੀ, ਗੱਲਬਾਤ ਨਹੀਂ ਕੀਤੀ ਜਾ ਰਹੀ, ਪਰ ਇੱਕ ਮੰਤਰੀਆਂ ਦੀ ਟੀਮ ਬਣਾ ਦਿੱਤੀ ਗਈ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਮਝਾਵੇਗੀ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਫਾਇਦੇ ਕੀ ਹੈ। ਤੇ ਹੁਣ ਇਸ ਦੇ ਲਈ ਵਰਚੁਅਲ ਬੈਠਕਾਂ ਹੋ ਰਹੀਆਂ ਨੇ। ਕੱਲ ਵੀ ਜੋ ਮੋਦੀ ਸਾਹਿਬ ਦੇ 2-3 ਮੰਤਰੀਆਂ ਦੇ ਵੱਲੋਂ ਵਰਚੁਅਲ ਬੈਠਕਾਂ ਕੀਤੀਆਂ ਗਈਆਂ। ਦੇਖਣ ਚ ਆਇਆ ਸੀ ਕਿ ਜਦੋਂ ਇਹ ਬੈਠਕਾਂ ਹੋਈਆਂ ਨੇ ਤੇ ਇਹ ਗੱਲਬਾਤ ਕਰਨ ਦੇ ਲਈ ਕਿਸਾਨ ਨਹੀਂ ਸੀ ਅੱਗੇ, ਬੀਜੇਪੀ ਵਰਕਰ ਹੀ ਬੈਠੇ ਹੋਏ ਸੀ ਜਿਨ੍ਹਾਂ ਨੂੰ ਇਹਨਾਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾ ਰਹੇ ਸੀ। ਉਹ ਬੀਜੇਪੀ ਵਰਕਰ ਜਿਨ੍ਹਾਂ ਨੂੰ ਤਾਂ ਸ਼ਾਇਦ ਖੇਤੀ ਦਾ ਇਲ ਕੁੱਕੜ ਵੀ ਨਾ ਪਤਾ ਹੋਵੇ। ਫਿਰ ਇਹ ਦਿਖਾਣਾ ਕੀ ਚਾਹੁੰਦੇ ਨੇ, ਕਰਨਾ ਕੀ ਜਾਂਦੇ ਨੇ ਅਜਿਹਾ ਕਰਕੇ। ਨਿੱਕੇ ਹੁੰਦੇ ਆਪਾਂ ਬਾਤ ਸੁਣਦੇ ਹੁੰਦੇ ਸੀ ਬੇਬੇ ਤੋਂ, ਮੈਂ ਪਾਉਣੀ ਆ ਬਾਤ ਵੇ ਤੂੰ ਭਰੀ ਹੁੰਗਾਰਾ। ਉਹ ਬੈਠੇ ਦਿੱਲੀ ਦੇ ਵਿੱਚ ਬਾਤ ਪਾਈ ਜਾਂਦੇ ਆ ਤੇ ਜਿਹੜੇ ਉਹਨਾਂ ਦੇ ਆਪਦੇ ਆ ਚਿੱਕੜ ਚੌਧਰੀ ਉਹ ਹੁੰਗਾਰਾ ਭਰੀ ਜਾਂਦੇ ਆ। ਬਿਲਕੁਲ ਉਹ ਵਰਚੁਅਲ ਰੈਲੀਆਂ ਜਿਹੜੀਆਂ ਆਪਦਿਆਂ ਨੂੰ ਸੁਣਾਈ ਜਾਂਦੇ ਆ ਤੇ ਇਹ ਗੱਲ ਕਹੀ ਜਾਂਦੇ ਜੀ ਕਿ ਉਹਨਾਂ ਨੇ ਬਹੁਤ ਸਮਝਾਇਆ। ਜਿਹੜੇ ਪਟੜੀਆਂ ਤੇ ਬੈਠੇ ਆ ਕੇ ਸਮਝਾਓ। ਦੇਖੋ ਜੇ ਤੁਸੀਂ ਸੱਚੇ ਹੋ, ਜੇਕਰ ਤੁਹਾਡੇ ਮਨ ਦੇ ਵਿੱਚ ਖੋਟ ਕੋਈ ਨਹੀਂ, ਤੁਹਾਨੂੰ ਡਰ ਕਿਹੜੀ ਗੱਲ ਦਾ? ਮੈਂ ਤਾਂ ਇਹ ਚਾਹੁੰਦਾ ਵੀ ਮੋਦੀ ਸਾਹਿਬ ਵੀ ਆਉਣ ਤੇ ਸਿਮਰਤੀ ਇਰਾਨੀ ਜਿਨ੍ਹਾਂ ਨੇ ਹੁਣ ਆੜਤੀਆਂ ਨੂੰ ਸਮਝਾਇਆ ਵਰਚੁਅਲ ਰੈਲੀ ਦੇ ਨਾਲ, ਉਹ ਵੀ ਆਉਣ ਤੇ ਨਰਿੰਦਰ ਤੋਮਰ ਹੋਰੀ ਵੀ ਆਉਣ ਤੇ ਬਾਕੀ ਸਾਰੇ ਮੰਤਰੀ ਆਉਣ। ਪੰਜਾਬ ਦੇ ਕਿਸਾਨਾਂ ਦੇ ਮੂਹਰੇ ਖੜ ਕੇ ਇਹ ਗੱਲ ਕਹਿਣ ਵੀ ਇਹ ਦੱਸੋ ਇਹਦੇ ਵਿੱਚ ਤੁਹਾਨੂੰ ਕੀ ਨੁਕਸ ਲੱਗਦਾ। ਜੋ ਤੁਹਾਨੂੰ ਨੁਕਸ ਲੱਗਦਾ ਉਹ ਅਸੀਂ ਦੂਰ ਕਰਦੇ ਆ ਤੇ ਤੁਹਾਡਾ ਅਸੀਂ ਭੁਲੇਖਾ ਕੱਢਦੇ ਆ। ਫਿਰ ਜਾਂ ਤਾਂ ਕਿਸਾਨ ਇਹਨਾਂ ਦਾ ਭੁਲੇਖਾ ਕੱਢ ਦੇਣਗੇ ਤੇ ਜਾਂ ਇਹਨਾਂ ਦਾ ਕੱਢ ਦੇਣਗੇ ਉਹ। ਸੋ ਇਹ ਵਕਤ ਦੱਸੂਗਾ। ਪਰ ਇਹ ਗੱਲਾਂ ਕਰੀ ਜਾਣੀਆਂ ਕਿ ਅਸੀਂ ਵਰਚੁਅਲ ਰੈਲੀ ਰਾਹੀਂ ਸਮਝਾਵਾਂਗੇ। ਪਹਿਲਾਂ ਤਾਂ ਇੱਕੋ ਹੀ ਗੱਲ ਕਰੀ ਗਏ ਵੀ ਕਾਂਗਰਸ ਨੇ ਸਾਰਾ ਕੁਝ ਕੀਤਾ, ਇਹ ਕਾਂਗਰਸ ਦੇ ਪਿੱਟਣੇ ਪਾਏ ਵੇ ਆ। ਹੌਲੀ ਹੌਲੀ ਇਹਨਾਂ ਨੂੰ ਸਮਝ ਆ ਗਈ ਵੀ ਹੁਣ ਇਸ ਮਾਮਲੇ ਤੋਂ ਨਾ ਅਸੀਂ ਮੋੜ ਕੱਟੀਏ। ਹੁਣ ਇਹ ਗੱਲ ਕਹਿੰਦੇ ਜੀ ਕਿ ਕਿਸਾਨਾਂ ਨੂੰ ਗੁੰਮਰਾਹ ਇਸ ਕਦਰ ਕਰ ਦਿੱਤਾ ਗਿਆ ਵੀ ਉਹ ਤਾਂ ਗੱਲ ਸੁਣ ਕੇ ਹੀ ਰਾਜੀ ਨਹੀਂ। ਮਸਲਾ ਇਹ ਨੀਗਾ, ਕੋਈ ਗੁੰਮਰਾਹ ਨਹੀਂ ਹੋਇਆ, ਸਭ ਨੂੰ ਸਭ ਕੁਝ ਪਤਾ। ਤੁਸੀਂ ਇਹ ਕਹੋ ਜੀ ਤੁਹਾਨੂੰ 3-4 ਗੱਲਾਂ ਦੀ ਲੋੜ ਆ ਨਾ, ਆਹ ਲਓ ਜੀ ਅਸੀਂ ਜਿਹੜੀਆਂ ਮੰਡੀਆਂ ਦਾ ਪ੍ਰਾਈਵੇਟਕਰਨ ਨਹੀਂ ਕਰਾਂਗੇ। ਤੁਸੀਂ ਇਹਦੇ ਵਿੱਚ ਇੱਕ ਨੁਕਤਾ ਪਾ ਦਿਓ ਵੀ MSP ਬਰਕਰਾਰ ਰਹੂ, ਲਿਖਤੀ ਤੌਰ ਦੇ ਉੱਤੇ ਦਿਓ, ਵਿੱਚ ਨੁਕਤਾ ਪਾ ਦਿਓ 2 ਲਾਈਨਾਂ। ਤੁਸੀਂ ਇਹਦੇ ਵਿੱਚ ਇਹ ਗੱਲ ਪਾ ਦਿਓ ਵੀ ਜੇਕਰ ਖੇਤੀ ਦਾ ਫਸਲਾਂ ਦਾ ਕੋਈ ਵੀ ਬਖੇੜਾ ਖੜਾ ਹੁੰਦਾ ਤਾਂ ਤੁਹਾਨੂੰ ਅਦਾਲਤ ਦੇ ਵਿੱਚ ਜਾਣ ਦੀ ਆਗਿਆ ਹੈਗੀ ਆ। ਤੁਸੀਂ ਤਾਂ ਅਦਾਲਤ 'ਚ ਜਾਣ ਦਾ ਹੱਕ ਵੀ ਖੋਹ ਲਿਆ। ਤੁਸੀਂ ਕਹਿੰਦੇ ਵੀ SDM ਪੱਧਰ ਦੇ ਅਧਿਕਾਰੀ ਤੱਕ ਪਹੁੰਚ ਕਰੋ, ਉਹਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾਊਗੀ ਤੇ ਉਹ ਕਿੰਨੇ ਕੁ ਨਿਰਪੱਖ ਹੋ ਸਕਦੇ ਆ ਤੇ ਇਹਦੇ ਬਾਬਤ ਆਪਾਂ ਜਾਣਦੇ ਆ। ਸੋ ਇਸ ਕਰਕੇ ਆ ਸਵਾਲ ਪੈਦਾ ਹੁੰਦਾ ਵੀ ਤੁਸੀਂ ਉਹਨਾਂ ਦੇ ਮਸਲੇ ਹੱਲ ਕਰੋ, ਤੁਸੀਂ ਨਾ ਗੱਲਾਂ ਦੇ ਨਾਲ ਕੜਾਹ ਬਣਾਉਣ ਦਾ ਸਿਲਸਿਲਾ ਬੰਦ ਕਰੋ। ਜੀ ਬਿਲਕੁਲ, ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਕਿਸਾਨ ਹੁਣ ਗੁੰਮਰਾਹ ਨਹੀਂ ਹੋ ਰਿਹਾ। ਇਹ ਹੁਣ ਉਹ ਕਿਸਾਨ ਨਹੀਂ ਹੈ ਜਿਸ ਨੂੰ ਤੁਸੀਂ ਅਨਪੜ੍ਹ ਕਹਿ ਕੇ ਜੋ ਨਿਕਲ ਜਾਂਦੇ ਸੀ। ਹੁਣ ਕਿਸਾਨ ਹੈ ਜੋ ਸਮਝਦਾਰ, ਪੜ੍ਹਿਆ ਲਿਖਿਆ ਹੈ, ਨੌਜਵਾਨ ਕਿਸਾਨ ਜੋ ਇਸ ਕਿਸਾਨ ਸੰਘਰਸ਼ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਜੁੜਿਆ ਹੋਇਆ, ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੋ ਇਸ ਕਿਸਾਨ ਸੰਘਰਸ਼ ਦਾ ਹਿੱਸਾ ਬਣ ਰਹੇ ਨੇ। ਸਭ ਨੂੰ ਸਭ ਨੀਤੀਆਂ ਪੜ੍ਹਨੀਆਂ ਵੀ ਆਉਂਦੀਆਂ, ਪਰ ਪਹਿਲਾਂ ਤੁਹਾਡੀਆਂ ਗਲਤੀਆਂ ਨੀਤੀਆਂ ਲੁਕ ਜਾਂਦੀਆਂ ਸੀ, ਹੁਣ ਜੱਗ ਜ਼ਾਹਿਰ ਹੋ ਰਹੀਆਂ। ਸੋ ਟਾਣਾ ਸਾਹਿਬ, ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਖਰੀ ਸਵਾਲ, ਦਰਸ਼ਕਾਂ ਦੇ ਮਨ ਦੇ ਵਿੱਚ ਹਿੱਚੋਤਾਈ ਲੱਗੀ ਰਹਿੰਦੀ ਹੈ ਕਿ 1.5 ਤੋਂ 2 ਮਹੀਨੇ ਦਾ ਸਮਾਂ ਹੋ ਗਿਆ, ਸੁਣਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ, ਜੋ ਕੁਝ ਹੁੰਦਾ ਅੱਗੇ ਵੀ ਦਿਖਾਈ ਦੇ ਰਿਹਾ। ਇਹ ਕਿੰਨਾ ਕੁ ਲੰਬਾ ਹੋ ਸਕਦਾ ਹੈ ਜੇਕਰ ਇੱਕ ਆਈਡੀਆ ਲਗਾਉਣਾ ਹੋਵੇ? ਕਿਆ ਅਸਰ ਆਈ? ਦੇਖੋ ਗੱਲ ਇਹ ਹੈ ਕਿ ਇਸ ਵਕਤ ਅੰਦਾਜ਼ਾ ਲਾਉਣਾ ਤਾਂ ਔਖਾ ਵੀ ਉਹ ਕਿੰਨੀ ਕੁ ਦੇਰ ਬਾਅਦ ਝੁਕ ਜਾਣਗੇ, ਕਿੰਨੀ ਕੁ ਦੇਰ ਬਾਅਦ ਨਰਮ ਪੈ ਜਾਣਗੇ, ਕਦੋਂ ਕੋ ਲਿਫਣਗੇ। ਪਰ ਇਹ ਹੈ ਵੀ ਜਿਸ ਤਰੀਕੇ ਨਾਲ ਰੇਲਾਂ ਰੋਕੀਆਂ ਹੋਈਆਂ ਉਹਨਾਂ ਨੂੰ ਇੱਕ ਦਿਨ ਰੁਕਣਾ ਵੀ ਪੈਣਾ ਤੇ ਝੁਕਣਾ ਵੀ ਪੈਣਾ। ਕਿਉਂਕਿ ਜੇਕਰ ਪੰਜਾਬ ਦੇ ਵਿੱਚ ਆਵਾਜਾਈ ਠੱਪ ਜਿਵੇਂ ਹੁਣ ਹੈਗੀ ਆ, ਉਹਦੇ ਨਾਲ ਰੇਲ ਵਿਭਾਗ ਦਾ ਵੀ ਤਾਂ ਬਹੁਤ ਵੱਡਾ ਨੁਕਸਾਨ ਆ। ਜਿਵੇਂ ਹੁਣ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮੂਹਰੇ ਬੈਠੇ ਕਿਸਾਨ, ਭਾਵੇਂ ਥੋੜਾ ਹੀ ਸੀ ਪਰ ਨੁਕਸਾਨ ਤਾਂ ਲਗਾਤਾਰ ਹੋ ਰਿਹਾ। ਜਿਵੇਂ ਰਿਲਾਇੰਸ ਦੇ ਸ਼ੋਰੂਮ ਤੇ ਸੌਦੇ ਪੱਤੇ ਵਾਲੇ ਸਟੋਰ ਬੰਦ ਕੀਤੇ ਪਏ ਆ ਤੇ ਉਹਦੇ ਨਾਲ ਵੀ ਥੋੜਾ ਬਹੁਤਾ ਨੁਕਸਾਨ ਤਾਂ ਹੈਗਾ ਹੀ ਆ ਨਾ। ਆਪਣਿਆਂ ਦਾ ਨੁਕਸਾਨ ਤਾਂ ਹੈਗਾ ਹੀ ਨਾ, ਮੋਦੀ ਸਾਹਿਬ ਦੇ ਆਪਣਿਆਂ ਦਾ। ਆਉਂਦੇ ਸਮੇਂ ਦੇ ਵਿੱਚ ਕੋਈ ਨਾ ਕੋਈ ਸ਼ਾਇਦ ਇਹਦੇ ਬਾਬਤ ਚੰਗਾ ਨਤੀਜਾ ਸਾਹਮਣੇ ਆ ਜੇ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕੱਲ
ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਫੇਸਬੁੱਕ ਦੇ ਉੱਤੇ ਕੈਪਟਨ ਨੂੰ ਸਵਾਲ ਜਿਹੜਾ ਪ੍ਰੋਗਰਾਮ ਕਰਦੇ ਹੁੰਦੇ ਆ ਉਹ ਕੀਤਾ। ਉਹਨਾਂ ਨੇ ਕਿਹਾ ਜੀ ਕਿ ਕੋਲਾ ਬਿਲਕੁਲ ਖਤਮ ਹੋਣ ਦੇ ਕੰਢੇ ਦੇ ਉੱਤੇ ਆ, ਤਰਨ ਤਾਰਨ ਦੇ ਥਰਮਲ ਦਾ ਇੱਕ ਯੂਨਿਟ ਬੰਦ ਕਰਨਾ ਪੈ ਗਿਆ ਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰਨੇ ਪੈ ਗਏ ਆ। ਪੰਜਾਬ ਦੇ ਵਿੱਚ ਘੁੱਪ ਹਨੇਰਾ ਪਸਰ ਸਕਦਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਕੋਲਾ ਹੈ ਹੀ ਨਹੀਂ, ਹੁਣ ਨਾ ਮਾਤਰ ਰਹਿ ਗਿਆ, ਰੇਲ ਗੱਡੀ ਤੇ ਆਉਣਾ ਹੁੰਦਾ, ਹੁਣ ਅਸੀਂ ਕਰੀਏ ਕੀ। ਉਹ ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਨੈਸ਼ਨਲ ਗ੍ਰਿਡ ਤੋਂ ਬਿਜਲੀ ਹਾਸਲ ਕਰ ਲਓ, ਸਾਡੇ ਕੋਲੇ ਇੰਨੇ ਪੈਸੇ ਕਿੱਥੇ ਆ। ਮੈਂ ਨਾਲ ਦੀ ਨਾਲੇ ਸੋਚਣ ਲੱਗ ਪਿਆ ਵੀ ਜਦੋਂ ਅਸੀਂ ਸਵੇਰੇ ਉੱਠਦੇ ਆ, ਅਸੀਂ ਤਾਂ ਸਵੇਰੇ ਅੱਖ ਪੱਟਣ ਤੋਂ ਲੈ ਕੇ ਰਾਤ ਨੂੰ ਅੱਖ ਲਾਉਣ ਤੱਕ ਪੂਰਾ ਦਿਨ ਟੈਕਸ ਹੀ ਦਿੰਨੇ ਆ। ਚਾਹ ਪੀਤੀ, ਅਸੀਂ ਚਾਹ ਪੱਤੀ ਤੇ ਵੀ ਟੈਕਸ ਦਿੱਤਾ, ਖੰਡ ਤੇ ਵੀ ਦਿੱਤਾ। ਅਸੀਂ ਜੇਕਰ ਮੋਟਰਸਾਈਕਲ ਤੇ ਬੈਠੇ ਤੇਲ ਦੇ ਉੱਤੇ ਟੈਕਸ ਦਿੱਤਾ। ਅਸੀਂ ਜੇਕਰ ਹੋਰ ਕੋਈ ਚੀਜ਼ ਖਰੀਦਦੇ ਆ, ਕੱਪੜੇ ਆ ਜਿਹੜੇ ਸਾਡੇ, ਉਹ ਟੈਕਸ ਦਿੱਤਾ। ਜੁੱਤੀ ਖਰੀਦ ਕੇ ਟੈਕਸ ਦਿੱਤਾ। ਸੜਕ ਤੇ ਚੜ੍ਹਦੇ ਆ, ਰੋਡ ਟੈਕਸ ਦਿੱਤਾ। ਅਸੀਂ ਤਾਂ ਟੈਕਸ ਦੇ ਹੀ ਜਾਂਦੇ। ਜੇਕਰ ਭਾਈ ਤੁਹਾਡੇ ਕੋਲੇ ਹਾਲੇ ਵੀ ਪੈਸੇ ਹੈ ਨਹੀਂ ਤਾਂ ਫਿਰ ਤਾਂ ਤੁਹਾਡਾ ਸਾਡੇ ਤੋਂ ਵੀ ਮਾੜਾ ਹਾਲ ਆ ਜੀ। ਬਿਲਕੁਲ, ਫਿਰ ਅਸੀਂ ਕੀ ਕਰ ਸਕਦੇ ਆ। ਸੋ ਇਸ ਕਰਕੇ ਪੰਜਾਬ ਦੀਆਂ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਸਥਿਤੀ ਪੈਦਾ ਹੋਣ ਦੇ ਲਈ, ਕਦੇ ਵੀ ਹੋ ਸਕਦਾ, ਕੋਈ ਵੀ ਸੰਕਟ ਆ ਸਕਦਾ, ਕੋਈ ਨਾ ਕੋਈ ਸਟੋਰ ਕਰਕੇ ਚੀਜ਼ ਰੱਖੀ ਜਾਵੇ। ਇਹ ਬਾਅਦ ਦੇ ਵਿੱਚ ਬਹਾਨਾ ਜਾਂ ਨਾ ਬਣਾਇਆ ਜਾਵੇ ਜੀ ਕਿ ਹੁਣ ਤਾਂ ਪੰਜਾਬ 'ਚ ਘੁੱਪ ਹਨੇਰਾ ਫੈਲ ਜਾਣਾ। ਹੁਣ ਤੱਕ ਰਾਜਨੀਤਿਕ ਲੋਕਾਂ ਨੇ ਘੁੱਪ ਹਨੇਰਾ ਹੀ ਫੈਲਾਇਆ ਤੇ ਹੁਣ ਆਪਾਂ ਘੁੱਪ ਹਨੇਰੇ ਦੀ ਦੂਜੇ ਦੀ ਗੱਲ ਨਾ ਕਰੀਏ। ਸੋ ਪੰਜਾਬ ਦੇ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋਣ। ਖੇਤ ਮਜ਼ਦੂਰ ਤੇ ਕਿਸਾਨ ਇਕਤਾ ਜ਼ਿੰਦਾਬਾਦ ਜੀ। ਬਿਲਕੁਲ। ਸੋ ਜਿਹੜੀਆਂ ਅਫਵਾਹਾਂ ਦੇ ਨਾਲ ਘੁੱਪ ਹਨੇਰਾ, ਜਿਵੇਂ ਕਿ ਟਹਿਣਾ ਭਾਜੀ ਕਹਿ ਰਹੇ ਨੇ ਕਿ ਘੁੱਪ ਹਨੇਰਾ, ਪਰ ਹੁਣ ਪੰਜਾਬ ਦੇ ਵਿੱਚ ਜਾਗਰੂਕਤਾ ਦਾ ਚਾਨਣ ਹੈ। ਸੋ ਜੋ ਨੀਤੀਆਂ ਜੋ ਲਗਾਤਾਰ ਬਣਾਈਆਂ ਜਾ ਰਹੀਆਂ, ਚਾਹੇ ਉਹ ਸਰਕਾਰਾਂ ਦੇ ਵੱਲੋਂ, ਜੇਕਰ ਉਹ ਲੋਕ ਹਿੱਤ 'ਚ ਨਹੀਂ ਹੋਣਗੀਆਂ ਤੇ ਲੋਕਾਂ ਦੇ ਵੱਲੋਂ ਸੰਘਰਸ਼, ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਹੱਕ ਸੱਚ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਹੁੰਦੀ ਰਹੇਗੀ ਤੇ ਸਰਕਾਰਾਂ ਨੂੰ ਵੀ ਆਪਣੇ ਗਲਤ ਫੈਸਲਿਆਂ, ਗਲਤ ਨੀਤੀਆਂ ਦੇ ਅੱਗੇ ਝੁਕਣਾ ਪਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਫਿਰ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸੋਹਣ ਸਿੰਘ ਟੈਣਾ ਜੀ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।